ਬਿਸਮਿल्लाहिर्रहमानिर्रहीम अस्सलाम वालेकुम। ਅੱਜ ਦਾ ਵਲੌਗ ਸਾਡਾ ਪੰਜਾਬੀ ਦੇ ਵਿੱਚ ਦੇਸੀ ਪੰਜਾਬੀ ਦੇ ਵਿੱਚ ਤੇ ਹਾਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੁਸੀਂ ਤੇ ਇਹਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ। ਅੱਜ ਅਸੀਂ ਆਏ ਆ ਆਪਣੇ ਚਾਚੇ ਦੇ ਫਾਰਮ ਦੇ ਉੱਤੇ ਤੇ ਚਾਚੇ ਦੇ ਮੁੰਡੇ ਨੂੰ ਪੁੱਛਾਂਗੇ ਕਿ ਇਹਦਾ ਕਿੰਨਾ ਖਰਚਾ ਆਇਆ ਤੇ ਕਿੰਨਾ ਨਹੀਂ ਆਇਆ ਤੇ ਮੱਝ ਨੇ ਕਿੰਨੇ ਕਿੰਨੇ ਦੀ ਪਾਈ ਹੈ ਤੇ ਸ਼ੈੱਡ ਹੈ ਜਿਹੜਾ ਵੇਖਦੇ ਪਿਓ ਤੁਸੀਂ ਇੱਧਰ ਵੇਖੋ ਇਹਦੇ ਤੇ ਕਿੰਨਾ ਖਰਚਾ ਆਇਆ ਉਹਦਾ हर चीज़ विखाने तुहानू। अज का पंजाबी च व्लॉग है तो तुसी दसना कि अगों मैं पंजाबी च व्लॉग बनावा ते उर्दू दे विच बनावा। तो चलो शुरू करने अज का व्लॉग। चाचे दे मुंडे कोल असीं आ गए हैं तो चाचे दे मुंडे नूं पुछने आ कि इहदा फार्म बनाने च किन्ना खर्चा आया ते मज्जां दा किन्ना खर्चा आया। सलाम अलैकुम, की हाल है मुन्ना भाई, ठीक हो? ठीक ठाक है। अच्छा, जिहड़ा फार्म तुसी बनाया जिहड़ा बैक साइड ते है ते इहदे ते किन्ना खर्चा आया? 18 ਤੋਂ 20 ਲੱਖ ਰੁਪਇਆ ਜੀ ਆ ਜਿਹੜਾ ਖਰਚਾ ਉਹਦੀ ਲਾਗਤ ਮਿੱਟੀ ਛਿੱਟੀ ਹਰ ਚੀਜ਼ ਵਿੱਚ ਆ। ਤੇ ਜਿਹੜੇ ਜਾਨਵਰ ਨੇ ਉਹ ਤੁਸੀਂ ਕਿੰਨੇ ਦਾ ਮਾਲ ਵਿੱਚ ਪਾਇਆ? ਪਹਿਲੇ ਕਿੰਨਾ ਲਿਆ ਸੀ ਤੇ ਬਾਅਦ ਚ ਕਿੰਨਾ ਲਿਆ? ਜਾਨਵਰ ਤਕਰੀਬਨ 45-50 ਲੱਖ ਦੇ ਪਾਈ ਜੀ 45 ਤੋਂ 50 ਲੱਖ ਦੇ ਜਾਨਵਰ ਨੇ, ਠੀਕ ਹੈ। ਪਹਿਲੇ ਛੋਟੇ ਪੂਰ ਪਾਏ ਹੈ, ਤਕਰੀਬਨ 9 ਮੱਝਾਂ ਪਾਈਆਂ ਹੈ ਪਹਿਲੇ ਤੇ 9 ਮੱਝਾਂ ਤੋਂ ਬਾਅਦ ਹੋਰ ਮੱਝਾਂ ਦਾ ਇਜ਼ਾਫਾ ਕੀਤਾ ਗਿਆ। ਹੁਣ ਤਕਰੀਬਨ ਮੱਝਾਂ 15 ਤੋਂ 16 ਮੱਝਾਂ ਨੇ ਤੇ ਜਾਨਵਰ ਵੀ ਨੇ। ਤੇ ਹੁਣ ਦੱਸਣੇ ਆ ਤੁਹਾਨੂੰ ਅਸੀਂ ਕਿ ਮੱਝ ਕਿਹੜੀ ਕਿਹੜੀ ਨਸਲ ਦੀ ਆ। ਅਸੀਂ ਸਪੈਸ਼ਲ ਮਿਸਤਰੀ ਬੁਲਾਏ ਨੇ, ਉਹ ਸਾਹਮਣੇ ਮੀਆਂ ਅਰਸ਼ਦ ਨਾਂ ਹੈ ਜੀ ਉਹਨਾਂ ਦਾ, ਪਿੰਡ ਖਰਕੜਾ। ਤੇ ਅਸੀਂ ਉਹਨਾਂ ਨੂੰ ਪੁੱਛਨੇ ਆ ਕਿਹੜੀ ਨਸਲ ਦੀ ਮੱਝ ਆ। ਆਈਏ ਮੀਆਂ ਅਰਸ਼ਦ ਦੇ ਕੋਲ ਚੱਲਦੇ ਆ। ਸਲਾਮ ਅਲੈਕੁਮ ਮੀਆਂ ਸਾਹਿਬ, ਕੀ ਹਾਲ ਹੈ, ਠੀਕ ਹੋ? ਮੀਆਂ ਸਾਹਿਬ ਇਹ ਜਿਹੜੀ ਮੱਝ ਆ ਵਾਲੀ ਇਹ ਕਿਹੜੀ ਨਸਲ ਦੀ ਆ? ਸਾਹੀਵਾਲ ਦੀ। ਇਹ ਕਿੰਨਾ ਕੁ ਦੁੱਧ ਦੇ ਸਕਦੀ ਹੈ ਤੁਹਾਡੇ ਮੁਤਾਬਕ? 10 ਤੋਂ 12 ਕਿਲੋ। ਤੇ ਜਿਹੜੀ ਇਹ ਅੱਗੇ ਆ ਇਹ ਕਿਹੜੀ ਨਸਲ ਆ? ਇਹ ਵੀ ਉਹਦੇ ਨਾਲ ਇਹ ਵੀ ਉਹਨਾਂ ਦੁੱਧ ਦਿੰਦੀ ਆ? ਅੱਗੇ ਆਓ ਜਰਾ ਥੋੜਾ ਜਿਹਾ ਸਰ ਸਾਨੂੰ ਜਰਾ ਗਾਈਡ ਕਰ ਦਿਓ। ਤੇ ਜਿਹੜੀ ਇਹ ਵਾਲੀ ਮੱਝ ਆ ਇਹ ਵਾਲੀ ਇਹ ਚੀਚਾ ਵਤਨੀ ਦੀ, ਇਹ ਕਿੰਨਾ ਕੁ ਦੁੱਧ ਦੇ ਸਕਦੀ ਹੈ ਤੁਹਾਡੇ ਮੁਤਾਬਕ? ਕਿੰਨਾ? 14 ਤੋਂ 15 ਕਿਲੋ, ਠੀਕ ਹੋ ਗਿਆ। ਤੇ ਇਹ ਜਿਹੜੀ ਅੱਗੇ ਮੱਝ ਆ ਗਈ ਆ ਇਹ ਨੀਲੀ ਦੀ ਮੱਝ ਹੈ, ਇਹ ਚੋ ਸਭ ਕਿੰਨਾ ਕੁ ਦੁੱਧ ਦੇ ਸਕਦੀ ਆ? 14 ਹਾਂ 13-14 ਕਿਲੋ, ਠੀਕ ਹੋ ਗਿਆ। ਤੇ ਸਾਰਾ ਇਹ ਅੱਗੇ ਇਹ ਵਾਲੀ ਨੀਲੀ ਦੀ ਮੱਝ ਇਹ ਕਿੰਨਾ ਕੁ ਦੁੱਧ ਦੇ ਸਕਦੀ ਹੈ? 15-16 ਕਿਲੋ। ਤੇ ਜਿਹੜੀ ਅੱਗੇ ਆ ਜਿਹੜੀ ਮਾੜੀ ਜੀ ਆ ਵਾਲੀ ਇਹ ਕਿਹੜੀ ਆ? ਸਿੰਧੀ, ਇਹ ਕਿੰਨਾ ਕੁ ਦੇ ਸਕਦੀ ਹੈ? 10-12 ਕਿਲੋ। ਤੇ ਇਹ ਅੱਗੇ ਮਾਸ਼ਾਅੱਲਾ ਮੱਝ ਸਹੀ ਸਿਹਤਮੰਦ ਵੀ ਆ ਤੇ ਇਹ ਕਿੰਨਾ ਦੇ ਸਕਦੀ ਆ? 14-15 ਕਿਲੋ, ਠੀਕ ਹੋ ਗਿਆ। ਤੇ ਅਸੀਂ ਦੂਸਰੀ ਜੀ ਦੂਸਰੀ ਸਾਈਡ ਤੇ ਕੱਟੀਆਂ ਨੇ ਛੋਟੀਆਂ, ਠੀਕ ਆ। ਅਸੀਂ ਕੱਟੀਆਂ ਉਤਰੇ ਸ਼ੁਰੂ ਕਰਨਾ, ਅਸੀਂ ਕਰਨਾ ਮੱਝਾਂ ਤੋਂ। ਤੇ ਅਰਸ਼ਦ ਸਾਹਿਬ ਇਹ ਮੱਝ ਜਿਹੜੀ ਆ ਇਹ ਕਿਹੜੀ ਨਸਲ ਆ? ਇਹ ਬਾਰੀ ਆ, ਇਹ ਕਿੰਨਾ ਕੁ ਦੁੱਧ ਦਿੰਦੀ ਆ? 12 ਕਿਲੋ, ਠੀਕ ਹੋ ਗਿਆ। ਤੇ ਜਿਹੜੀ ਇਹ ਅੱਗੇ ਆ ਵਾਲੀ ਇਹ ਵੀ ਉਹਦੇ ਨਾਲ ਦੀ, ਇਹ ਵੀ ਇੰਨਾ ਕੁ ਕਰਦੀ ਆ। ਇਹ ਵੀ ਇਹ ਮੀਨੀ ਜੀ ਮੀਨੀ ਦੇ ਨਾਲ ਦੀ, ਇਹ ਵੀ ਜੀ ਇੰਨਾ ਦੁੱਧ ਕਰਦੀ ਆ। ਤੇ ਤੁਹਾਡੇ ਮੁਤਾਬਕ ਫਾਰਮ ਮੱਝਾਂ ਦਾ ਹੋਣਾ ਚਾਹੀਦਾ ਤੇ ਗਾਈਆਂ ਦਾ ਹੋਣਾ ਚਾਹੀਦਾ? ਰਲਾ ਮਿਲਾ ਵਿੱਚ ਹੀ ਮੱਝਾਂ ਤੇ ਵਿੱਚ ਹੀ ਗਾਈਆਂ। ਤੇ ਜੇ ਕਿਸੇ ਨੇ 5 ਮੱਝਾਂ ਦਾ ਬਿਜ਼ਨਸ ਕਰਨਾ ਹੋਏ ਤੇ ਕਿੰਨੇ ਕੁ ਦੀਆਂ ਆ ਜਾਣਗੀਆਂ 5 ਮੱਝਾਂ? 15 ਲੱਖ ਦੀਆਂ ਜੀ 5 ਮੱਝਾਂ ਆ ਜਾਂਦੀਆਂ ਨੇ, ਠੀਕ ਆ। ਤੇ ਤੁਸੀਂ ਦੱਸਣਾ ਤੁਹਾਨੂੰ ਵੀਡੀਓ ਕਿਵੇਂ ਦੀ। ਜੇ ਤੁਸੀਂ ਐਵੇਂ ਦੀਆਂ ਵੀਡੀਓ ਪਸੰਦ ਕਰਦੇ ਹੋ ਤੇ ਅਸੀਂ ਤੁਹਾਨੂੰ ਐਵੇਂ ਦੀਆਂ ਵੀਡੀਓ ਦਾਂਗੇ। ਤੇ ਅੱਜ ਦਾ ਵਲੌਗ ਬਿਲਕੁਲ ਪੰਜਾਬੀ 'ਚ ਆ। ਤੇ ਮੀਆਂ ਜੀ ਜਿਹੜੇ ਵੇਖ ਰਹੇ ਨੇ ਉਹਨਾਂ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਕਿਵੇਂ ਦਾ ਬਿਜ਼ਨਸ ਹੈ, ਸਹੀ ਹੈ, ਲੋਕ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ? ਕਰਨਾ ਚਾਹੀਦਾ, ਠੀਕ ਹੈ, ਸ਼ੁਕਰੀਆ ਜੀ ਮੀਆਂ ਜੀ। ਇਹ ਜੀ ਪੱਠਿਆਂ ਦਾ ਕੋਈ ਬੰਦੋਬਸਤ ਕੀਤਾ ਇੱਥੇ, ਪੱਠੇ ਕੁਤਰਲੇ ਨੇ, ਤੁਹਾਨੂੰ ਕੁਤਰਨ ਦੀ ਵੀ ਵੀਡੀਓ ਤੁਹਾਨੂੰ ਦੱਸਾਂਗੇ। ਤੇ ਆ ਜੀ ਇੱਥੇ ਮਿਕਸ ਕੀਤਾ ਇਹਨੂੰ ਤੂੜੀ ਨੂੰ ਤੇ ਜਿਹੜੀ ਚਰੀ ਆ ਇਹ ਭਾਈ ਹੁਣੀ ਕਰਦੇ ਨੇ ਇੱਥੇ ਕੰਮ ਮਾਸ਼ਾਅੱਲਾ। ਤੇ ਬੜੇ ਬਿਹਤਰੀਨ ਬੰਦੇ ਨੇ, ਵੀ ਝੰਗ ਦੇ ਤੇ ਬਹੁਤ ਹੀ ਅੱਛੇ ਇਨਸਾਨ ਨੇ। ਕੀ ਹਾਲ ਹੈ ਜੀ ਸਭ, ਠੀਕ ਹੋ ਤੁਸੀਂ? ਸੈੱਟ ਆ ਕੰਮ, ਸਹੀ ਆ ਨਾ? ਮਾਸ਼ਾਅੱਲਾ ਜੀ। ਤੇ ਹੁਣ ਤੁਹਾਨੂੰ ਦੱਸਣੇ ਆ ਜੀ, ਆ ਦੇਖੋ ਜੀ ਇਹ ਪਿੰਡ ਦਾ ਵੀ ਤੁਹਾਨੂੰ ਵਿਊ ਦਾ ਚੜੀਏ ਜੀ। ਇਹ ਵੇਖੋ ਜੀ ਕਿਵੇਂ ਹਰਿਆਲੀ ਆ। ਇਹ ਪਰੇ ਜਿਹੜੀ ਇਹ ਚਾਵਲਾਂ ਦੀ ਫਸਲ ਹੈ ਜੀ ਤੇ ਬੜਾ ਪਿਆਰਾ ਨਿਜ਼ਾਮ ਹੈ ਜੀ। ਉਹ ਸਾਹਮਣੇ ਵੇਖਦੇ ਪਏ ਤੁਸੀਂ ਜੀ ਨਦੀਮ ਬਾਸ ਨੇ, ਉਹ ਵੀ ਕੋਈ ਬੰਦੋਬਸਤ ਕਰ ਰਹੇ ਨੇ ਜੀ ਪੱਠਿਆਂ ਪੁੱਠਿਆਂ ਦਾ। ਤੇ ਇਹ ਵੇਖੋ ਕਿਵੇਂ ਹਰਿਆਲੀ ਹੈ, ਕਿਵੇਂ ਹਿਸਾਬ ਕਿਤਾਬ ਆ, ਪੂਰਾ ਸਿਸਟਮ ਹੈ ਜੀ। ਇਹ ਫਾਰਮ ਹੈ, ਇਹ ਜਿਹੜਾ ਮਤਲਬ 16 ਤੋਂ 17 ਲੱਖ ਰੁਪਇਆ ਆਈ ਹੈ ਲਾਗਤ। ਇਹ ਵੇਖ ਸਕਦੇ ਫਾਰਮ ਵੀ ਬੜਾ ਬਿਹਤਰੀਨ ਹੈ ਤੇ ਪੂਰਾ ਨਿਜ਼ਾਮ ਹੈ ਇੱਥੇ ਜੀ। ਪਾਣੀ ਦਾ ਸਿਸਟਮ ਹੈ, ਬੋਰ ਦਾ ਸਿਸਟਮ ਹੈ, ਹਰ ਚੀਜ਼ ਇੱਥੇ ਮੌਜੂਦ ਹੈ।
ਤੇ ਇਹ ਵੇਖ ਸਕਦੇ ਸਾਈਡਾਂ ਤੇ ਬਾਂਸ ਲਾਏ ਦੇ ਨੇ ਤਾਂ ਕਿ ਮੱਝਾਂ ਜਿਹੜੀਆਂ ਬਾਹਰ ਨੂੰ ਨਾ ਨਸਣ। ਇਹ ਫਾਰਮ ਹੈ ਜੀ, ਬੜਾ ਹੀ ਜ਼ਬਰਦਸਤ ਤੇ ਆਲਾ ਕੁਆਲਿਟੀ ਦਾ ਬਣਾਇਆ ਦਾ ਜੀ। ਇਹ ਜੀ ਡੰਗਰਾਂ ਅੱਗੇ ਪੱਠੇ ਸੁੱਟ ਛੜੇ ਨੇ ਜੀ, ਪੱਠੇ ਖਾ ਰਹੇ ਨੇ। ਇਸ ਤੋਂ ਬਾਅਦ ਧਾਰ ਦਾ ਟਾਈਮ ਆ ਜਾਂਦਾ ਤੇ ਧਾਰ ਵੀ ਕੱਢੀ ਜਾਣੀ ਆ। ਤੇ ਬਹੁਤ ਹੀ ਬਿਹਤਰੀਨ ਬਿਜ਼ਨਸ ਹੈ। ਜੇ ਕੋਈ ਆਊਟ ਆਫ ਕੰਟਰੀ 'ਚ ਕਰਦਾ ਪਿਆ ਤੇ ਉਹ ਮੱਝਾਂ ਨਹੀਂ, ਉਹਨੂੰ ਗਾਈਆਂ ਪਾਉਣੀਆਂ ਚਾਹੀਦੀਆਂ ਨੇ ਤੇ ਮੱਝਾਂ ਵੀ 2-3 ਰੱਖ ਲੈ। ਹਾਂਜੀ ਮੁੰਨਾ ਜੀ, ਤੁਹਾਡਾ ਆਉਣ ਵਾਲੇ ਫਿਊਚਰ ਦੇ ਵਿੱਚ ਕੀ ਤੁਹਾਡਾ ਜ਼ੇਨ ਹੈ? ਤੁਸੀਂ ਗਾਈਆਂ ਪਾਉਣਾ ਚਾਹੁੰਦੇ ਹੋ ਕਿ ਨਹੀਂ ਪਾਉਣਾ ਚਾਹੁੰਦੇ? ਅਗਲਾ ਸਟੈਪ ਭਾਜੀ ਗਾਈਆਂ ਦਾ ਹੀ ਹੈ। ਗਾਈਆਂ ਦੇ ਜੀ, ਠੀਕ ਹੈ। ਕਿਉਂਕਿ ਮੀਆਂ ਸਾਹਿਬ ਨੇ ਵੀ ਪੁੱਛਿਆ, ਮੀਆਂ ਕਹਿੰਦੇ ਨੇ ਕੰਮ ਰਲਾ ਮਿਲਾ ਹੋਣਾ ਚਾਹੀਦਾ। ਰੌਲਾ ਮਿਲਾਉਣਾ ਜੀ। ਤੇ ਗਾਈਆਂ ਦਾ ਵੀ ਜ਼ਿਆਦਾ ਫਾਇਦਾ, ਕਿਉਂਕਿ ਮੈਂ ਹੋਰ ਵੀ ਫਾਰਮ ਤੇ ਗਿਆ ਤੇ ਉਹ ਆਂਦੇ ਨੇ ਗਾਈਆਂ ਬੈਸਟ ਨੇ। ਨਾ ਗਾਈਆਂ ਸਹੀ ਹੈ, ਦੁੱਧ ਐਵਰੇਜ ਵੀ ਸਹੀ ਹੈ। ਠੀਕ ਹੋ ਗਿਆ। ਇਹ ਸਹੀ ਨਹੀਂ ਲੋ ਜੀ, ਤੁਸੀਂ ਸਾਰਿਆਂ ਨੇ ਦੇਖਿਆ ਕਿ ਗਾਈਆਂ ਵੀ ਪਾਣੀਆਂ ਚਾਹੀਦੀਆਂ ਨੇ ਤੇ ਮੱਝਾਂ ਵੀ ਪਾਣੀਆਂ ਚਾਹੀਦੀਆਂ ਨੇ। ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤੇ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਦਾ ਇਜ਼ਹਾਰ ਕਰੋ ਤੇ ਅੱਲਾ ਹਾਫਿਜ਼।